ਅੱਛਾ ਅੱਜਕੱਲ੍ਹ ਲੋਕੀ ਆਪਾਂ ਅਲਟਰਾਸਾਊਂਡ ਕਰਾ ਕੇ ਚੈੱਕ ਕਰਦੇ ਹਾਂ ਕਿ ਮੁੰਡਾ ਕਿ ਕੁੜੀ ਹੈ, ਜੇ ਕੁੜੀ ਹੈ ਤਾਂ ਉਹਨੂੰ ਕੁੱਖ 'ਚ ਮਾਰ ਦਿੰਦੇ ਆ, ਜਿਹੜਾ ਕਿ ਬਹੁਤ ਹੀ ਜਘਨ ਅਪਰਾਧ ਹੈ, ਕਿਉਂਕਿ ਅੱਜ ਕੁੜੀਆਂ ਹੀ ਕੱਲ੍ਹ ਦੀਆਂ ਮਾਵਾਂ ਨੇ। ਫੰਡਾਮੈਂਟਲ ਰਾਈਟ ਦੇ ਵਿੱਚ ਕਿ ਸਰਕਾਰ ਦਾ ਇਹ ਫਰਜ਼ ਹੈ ਟੂ ਪ੍ਰੋਵਾਈਡ ਫ੍ਰੀ ਐਜੂਕੇਸ਼ਨ ਟੂ ਐਵਰੀ ਚਿਲਡਰਨ ਬਿਲੋ ਦੀ ਏਜ ਆਫ 14 ਈਅਰਸ। ਬੱਚੇ ਨੂੰ ਪਿਆਰ ਦਿਓ, ਬੱਚੇ ਜ਼ਰੂਰਤਾਂ ਪੂਰੀਆਂ ਕਰੋ, ਬੱਚੇ ਦੀ ਫੈਸਿਲਿਟੀਜ਼ ਧਿਆਨ ਰੱਖੋ, ਲੇਕਿਨ ਲਗਜ਼ਰੀਅਸ ਅਨਵਾਂਟਿਡ ਜਿਹੜੀ ਉਹਦੀ ਜ਼ਰੂਰਤ ਨੂੰ ਕਦੇ ਵੀ ਪੂਰਾ ਨਾ ਕਰੋ, ਕਿਉਂਕਿ ਬੱਚਾ ਤੁਹਾਨੂੰ ਸੈਂਟੀਮੈਂਟਲੀ ਬਲੈਕ ਮਿਲੇਗਾ, ਕਦੇ ਬਲੈਕਮੇਲ ਨਾ ਹੋਵੋ। ਠੀਕ ਹੈ, ਅੱਜਕੱਲ੍ਹ ਬੱਚਿਆਂ ਲੋਕਾਂ ਦੇ ਫੈਮਿਲੀ 'ਚ ਬੱਚੇ ਘੱਟ ਹੁੰਦੇ ਨੇ, ਸਭ ਕੁਝ ਹੁੰਦਾ ਹੈਗਾ, ਲੇਕਿਨ ਇਸ ਦਾ ਮਤਲਬ ਇਹ ਨਹੀਂ ਹੈ ਕਿ ਅਸੀਂ ਜੋ ਬੱਚਿਆਂ ਦੀ ਹਰ ਨੂੰ ਜਾਇਜ਼ ਔਰ ਨਾਜਾਇਜ਼ ਗੱਲ ਨੂੰ ਅਸੀਂ ਉਸ ਨੂੰ ਮੰਨੀਏ। ਸਤਿ ਸ਼੍ਰੀ ਅਕਾਲ। ਵਕੀਲ ਦੀ ਸਲਾਹ ਪ੍ਰੋਗਰਾਮ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਧਰਮਿੰਦਰ ਸੰਧੂ ਸਵਾਗਤ ਕਰਦਾ ਹਾਂ। ਸਾਡਾ ਇਹ ਖਾਸ ਪ੍ਰੋਗਰਾਮ ਹੈ ਜਿਸ ਦੇ ਵਿੱਚ ਕਾਨੂੰਨੀ ਨੁਕਤਿਆਂ ਦੇ ਉੱਤੇ ਵਿਸ਼ੇਸ਼ ਚਰਚਾ ਕੀਤੀ ਜਾਂਦੀ ਹੈ। ਇਸ ਦੇ ਵਿੱਚ ਸਾਡੇ ਨਾਲ ਜਿਹੜੇ ਵਕਾਲਤ ਪੇਸ਼ੇ ਨਾਲ ਜੁੜੇ ਹੋਏ ਮਾਹਰ ਨੇ ਉਹ ਸਾਡੇ ਨਾਲ ਸ਼ਾਮਲ ਹੁੰਦੇ ਨੇ ਤੇ ਆਪਣੇ ਵਿਚਾਰ ਸਾਂਝੇ ਕਰਦੇ ਨੇ। ਅੱਜ ਦਾ ਵਿਸ਼ਾ ਹੈ ਚਾਈਲਡ ਅਬਿਊਜ਼। ਇਸ ਵਿਸ਼ੇ ਤੇ ਗੱਲਬਾਤ ਕਰਨ ਦੇ ਲਈ ਸਾਡੇ ਨਾਲ ਮੌਜੂਦ ਨੇ ਸੀਨੀਅਰ ਵਕੀਲ ਡਾਕਟਰ ਸਤਿਆਪਾਲ ਸਲੂਜਾ। ਸਲੂਜਾ ਸਾਹਿਬ, ਤੁਹਾਡਾ ਬਹੁਤ ਬਹੁਤ ਸਵਾਗਤ ਹੈ। ਸਭ ਤੋਂ ਪਹਿਲਾਂ ਇਹੀ ਗੱਲ ਕੀਤੀ ਜਾਵੇ ਸਲੂਜਾ ਸਾਹਿਬ ਕਿ ਚਾਈਲਡ ਅਬਿਊਜ਼ ਅਸਲ ਦੇ ਵਿੱਚ ਹੈ ਕੀ? ਚਾਈਲਡ ਅਬਿਊਜ਼ ਦਾ ਕਈ ਪੱਖੋਂ, ਸਮਾਜਿਕ ਪੱਖ 'ਤੇ ਵੀ ਪਲੱਸ ਕਾਨੂੰਨੀ ਪੱਖੋਂ ਵੀ ਅਸੀਂ ਇਸ ਨੂੰ ਦੇਖਾਂਗੇ ਕਿ ਇਹ ਕਿਸ ਹੱਦ ਤੱਕ ਇਹ ਸਮੱਸਿਆ ਦਾ ਜੜ ਕੀ ਹੈ, ਇਹਦਾ ਹੱਲ ਕੀ ਹੈ, ਤਾਂ ਇਹਨੂੰ ਕਿਵੇਂ ਰੋਕਿਆ ਜਾ ਸਕਦਾ ਹੈ, ਕੀ ਇਹਦੇ ਉਪਰਾਲੇ ਅਸੀਂ ਕਰ ਸਕਦੇ ਹਾਂ ਅਤੇ ਕੌਣ ਇਹਦਾ ਜ਼ਿੰਮੇਵਾਰ ਹੈ। ਸੋ ਇਹ ਅੱਜ ਦੀ ਇੱਕ ਬਹੁਤ ਹੀ ਰੀਸੈਂਟ, ਕਰੰਟ ਐਂਡ ਬਰਨਿੰਗ ਪ੍ਰੋਬਲਮ ਹੈ, ਕਿਉਂਕਿ ਜੋ ਸਾਡਾ ਅੱਜ ਦਾ ਬੱਚਾ ਹੈ ਉਹੀ ਕੱਲ੍ਹ ਦਾ ਸਾਡਾ ਭਵਿੱਖ ਹੈ। ਜੇ ਸਾਡਾ ਬੱਚਾ ਅੱਜ ਵਿਗੜਿਆ ਹੈ ਤਾਂ ਸਾਡਾ ਭਵਿੱਖ ਵੀ ਉਹ ਵਿਗੜਿਆ ਹੀ ਹੈ, ਅਤੇ ਲੋੜ ਹੈ ਬੱਚੇ ਨੂੰ ਕੇਅਰ ਕਰਨ ਦੀ, ਬੱਚੇ ਦੀ ਕੇਅਰ ਕਰਨ ਦੀ, ਬੱਚੇ ਨੂੰ ਸੁਧਾਰਨ ਦੀ, ਬੱਚੇ ਦੀ ਸਮੱਸਿਆਵਾਂ ਨੂੰ ਦੇਖਣ ਦੀ, ਔਰ ਬੱਚਾ ਕਿਸ ਪਾਸੇ ਜਾ ਰਿਹਾ ਹੈ ਇਹ ਸਮਾਜ ਦੇ ਹਰ ਵਰਗ ਦੀ ਡਿਊਟੀ ਬਣਦੀ ਹੈ, ਚਾਹੇ ਉਹ ਘਰ ਦਾ ਪੈਰੈਂਟਸ ਹੋਵੇ, ਚਾਹੇ ਉਹ ਸਕੂਲ ਟੀਚਰ ਹੋਵੇ, ਚਾਹੇ ਉਹ ਦੋਸਤ ਯਾਰ ਮਿੱਤਰ ਹੋਣ ਜਾਂ ਰਿਸ਼ਤੇਦਾਰ ਹੋਣ ਜਾਂ ਕੋਈ ਵੀ ਸਮਾਜ ਦਾ ਹੋਰ ਵੀ ਬੰਦਾ ਹੋਵੇ। ਉਹ ਸਾਰਿਆਂ ਦਾ ਇੱਕ ਰਲਿਆ ਮਿਲਿਆ ਇੱਕ ਫਰਜ਼ ਹੋਣਾ ਚਾਹੀਦਾ ਹੈ ਕਿ ਬੱਚਿਆਂ ਦੇ ਉੱਪਰ ਪੂਰਾ ਧਿਆਨ ਦਿੱਤਾ ਜਾਵੇ, ਤਾਂ ਕਿ ਜੇ ਅੱਜ ਦੀ ਸਾਡੀ ਪਨੀਰੀ ਵਿਗੜ ਗਈ ਤਾਂ ਸਾਡਾ ਕੱਲ੍ਹ ਦਾ ਭਵਿੱਖ ਹਮੇਸ਼ਾ ਹਨੇਰੇ ਵਰਗਾ ਹੀ ਹੋਏਗਾ। ਅਸੀਂ ਚਾਨਣ ਦੀ ਉਮੀਦ ਬਿਲਕੁਲ ਨਹੀਂ ਕਰ ਸਕਦੇ ਹਾਂ। ਸਿਰਫ ਚੰਗੇ ਸਕੂਲਾਂ 'ਚ ਬੱਚਿਆਂ ਨੂੰ ਪੜ੍ਹਾਉਣ ਨਾਲ ਹੀ ਗੱਲ ਨਹੀਂ ਬਣਦੀ ਕਿ ਅਸੀਂ ਵੱਡੇ ਪਬਲਿਕ ਸਕੂਲਾਂ ਦੇ ਵਿੱਚ, ਵੱਡੇ ਅੰਗਰੇਜ਼ੀ ਸਕੂਲਾਂ 'ਚ ਬੱਚਿਆਂ ਨੂੰ ਪੜ੍ਹਾ ਦਿੱਤਾ, ਚੰਗੀਆਂ ਫੀਸਾਂ ਭਰ ਲਈਆਂ, ਕਿ ਉਹਨਾਂ ਦੇ ਨਾਲ ਬੱਚਿਆਂ ਦੀ ਸਮੱਸਿਆਵਾਂ ਦੂਰ ਹੁੰਦੀਆਂ ਨੇ? ਨਹੀਂ ਹੁੰਦੀਆਂ ਕਦੇ। ਐਜੂਕੇਸ਼ਨ ਇੱਕ ਜਿਹੜਾ ਹੈ ਇੱਕ ਅੱਛੇ ਸਕੂਲਾਂ ਦੇਣਾ ਇੱਕ ਵਨ ਆਫ ਦੀ ਪਾਰਟ ਲਾਈਫ ਦਾ, ਜ਼ਿੰਦਗੀ ਦਾ ਇੱਕ ਹਿੱਸਾ ਹੈ, ਬਟ ਓਵਰਆਲ ਜ਼ਿੰਦਗੀ ਨਹੀਂ ਹੈ। ਓਵਰਆਲ ਜ਼ਿੰਦਗੀ ਦੇ ਵਿੱਚ ਸਾਨੂੰ ਬਹੁਤ ਕੁਝ ਹੋਰ ਵੀ ਕਰਨਾ ਪੈਂਦਾ ਹੈ ਕਿ ਤਾਂ ਕਿ ਬੱਚਾ ਸਮਾਜਿਕ ਤੌਰ 'ਤੇ, ਰਾਜਨੀਤਿਕ ਤੌਰ 'ਤੇ, ਮੋਰਲ ਤੌਰ 'ਤੇ ਬੱਚਾ ਅੱਗੇ ਵੱਧ ਸਕੇ ਔਰ ਉਹ ਘਰ ਦਾ, ਸਮਾਜ ਦਾ ਨਾਮ ਰੋਸ਼ਨ ਕਰ ਸਕੇ, ਨਾਲ ਦੇ ਨਾਲ ਉਹ ਆਪਣੀ ਲਾਈਫ ਨੂੰ ਵੀ ਅੱਗੇ ਤੱਕ ਲੈ ਕੇ ਜਾ ਸਕੇ ਔਰ ਇੱਕ ਅੱਛਾ ਨਾਗਰਿਕ ਬਣ ਕੇ ਦੇਸ਼ ਦੀ ਉਹ ਸੇਵਾ ਕਰ ਸਕੇ। ਕਿਉਂਕਿ ਜਿਹੜੇ ਅੱਜ ਦੇ ਬਜ਼ੁਰਗ ਨੇ ਉਹਨਾਂ ਨੇ ਕਦੇ ਹਮੇਸ਼ਾ ਰਹਿਣਾ ਨਹੀਂ ਹੈਗਾ। ਇਹ ਤਾਂ ਦੁਨੀਆ ਦਾ ਸਿਸਟਮ ਹੈ, ਜੋ ਆਇਆ ਸੋ ਚਲਸੀ, ਸਭ ਕੋ ਆਈ ਵਾਰੀ ਹੈ, ਸਭ ਨੇ ਚਲੇ ਜਾਣਾ ਹੈ। ਸੋ ਇੱਕ ਰੂਟੀਨ ਹੈ, ਰੋਟੇਸ਼ਨ ਹੈ। ਤੋ ਅੱਜ ਦੇ ਬੱਚਿਆਂ ਨੂੰ ਅਸੀਂ ਇਸ ਤਰੀਕੇ ਨਾਲ ਲੁੱਕ ਆਫਟਰ ਕਰੀਏ, ਬੂਸਟ ਕਰੀਏ, ਤਾਂ ਕਿ ਉਹ ਸਾਡਾ ਕੱਲ੍ਹ ਦਾ ਸੁਨਹਿਰਾ ਭਵਿੱਖ ਬਣ ਕੇ ਸਾਡੇ ਸਮਾਜ ਦੀ, ਸਾਡੇ ਦੇਸ਼ ਦੀ, ਸਾਡੇ ਪਰਿਵਾਰ ਦੀ ਉਹ ਡਿਵੈਲਪਮੈਂਟ ਉਹ ਕਰ ਸਕਣ। ਕਿ ਭਾਰਤੀ ਸੰਵਿਧਾਨ ਦੇ ਅੰਦਰ ਆਰਟੀਕਲ 21 ਆਫ ਦੀ ਕੌਨਸਟੀਟਿਊਸ਼ਨ ਆਫ ਇੰਡੀਆ, ਰਾਈਟ ਟੂ ਲਾਈਫ ਕਦੋਂ ਸਟਾਰਟ ਹੋ ਜਾਂਦਾ ਹੈ? ਜਦੋਂ ਬੱਚਾ ਮਾਂ ਦੇ ਗਰਭ ਦੇ ਵਿੱਚ ਆ ਜਾਂਦਾ ਹੈ, ਸ਼ੁਰੂਆਤ ਹੋ ਜਾਂਦੀ, ਉਦੋਂ ਹੀ ਉਸ ਦਾ ਜਿਹੜਾ ਕਾਨੂੰਨੀ ਹੱਕ ਸ਼ੁਰੂ ਹੋ ਜਾਂਦਾ ਹੈ। ਕਿਵੇਂ ਕਿ ਜਦੋਂ ਉਹ 9 ਮਹੀਨੇ ਮਾਂ ਦੇ ਕੁੱਖ 'ਚ ਰਹਿੰਦਾ ਹੈ ਤਾਂ ਉਸ ਦੀ ਪੂਰੀ ਢੰਗ ਨਾਲ ਪਰਵਰਿਸ਼ ਕੀਤੀ ਜਾਵੇ, ਜਿਵੇਂ ਮੈਡੀਕਲੀ ਔਰ ਹਰ ਤਰੀਕੇ ਦੇ ਨਾਲ ਉਸ ਨੂੰ ਪਰਵਰਿਸ਼ ਕੀਤੀ ਜਾਵੇ, ਔਰ ਉਸ ਦਾ ਇਹੋ ਜਿਹਾ ਖਾਣ ਪਾਣ ਮਾਂ ਨੂੰ ਦਿੱਤਾ ਜਾਵੇ, ਮਾਂ ਦੀ ਸੋਚ ਵਧੀਆ ਰੱਖੀ ਜਾਵੇ, ਮਾਂ ਦੇ, ਤਾਂ ਕਿ ਇੱਕ ਜਿਹੜਾ ਆਉਣ ਵਾਲਾ ਬੱਚਾ ਇੱਕ ਅੱਛੀ ਸੋਚ ਲੈ ਕੇ ਇਸ ਦੁਨੀਆ ਦੇ ਵਿੱਚ ਆਵੇ ਔਰ ਇੱਕ ਹੈਲਦੀ ਬੱਚਾ ਪੈਦਾ ਹੋਵੇ। ਇਹਦੇ ਵਿੱਚ ਸਜ਼ਾ ਦਾ ਕੀ ਪ੍ਰਾਵਧਾਨ ਹੈ? ਕਿਸ ਤਰ੍ਹਾਂ ਕੇਸ ਚੱਲਦਾ ਹੈ? ਕਿਸ ਤਰ੍ਹਾਂ ਦੀ ਕਾਰਵਾਈ ਹੁੰਦੀ ਹੈ ਅਗਰ ਕੋਈ ਵਿਅਕਤੀ ਦੋਸ਼ੀ ਪਾਇਆ ਜਾਂਦਾ ਹੈ ਕਿ ਉਹ ਚਾਈਲਡ ਲੇਬਰ ਨੂੰ ਤਰਜੀਹ ਦੇ ਰਿਹਾ ਹੈ, ਆਪਣੇ ਉਸਨੇ ਢਾਬੇ 'ਤੇ ਜਾਂ ਦੁਕਾਨ ਦੇ ਵਿੱਚ ਕਿਤੇ ਵੀ ਕਿਸੇ ਵੀ ਤਰ੍ਹਾਂ ਦੇ ਕੰਮ ਦੇ ਵਿੱਚ ਚਾਈਲਡ ਲੇਬਰ ਕਰਵਾਈ ਹੈ? ਤਾਂ ਉਹ ਜਿਹੜੀ ਚਾਈਲਡ ਲੇਬਰ ਕਰਾਈ ਕਿਸੇ ਬੰਦੇ ਨੇ ਕਰਾਈ ਹੈਗੀ ਤਾਂ ਉਹ ਜਦੋਂ ਅੱਗੇ ਫੜਿਆ ਜਾਂਦਾ ਹੈਗਾ ਤਾਂ ਉਹਦੇ 'ਚ ਨੈਸ਼ਨਲ ਪਾਲਿਸੀਜ਼ ਵਗੈਰਾ ਬਣੀਆਂ ਨੇ ਕਿ ਉਹ ਅੰਡਰ ਡਿਫਰੈਂਟ ਐਕਟ, ਡਿਫਰੈਂਟ ਸਜ਼ਾਵਾਂ ਹੈਗੀਆਂ ਨੇ, ਕੋਈ ਇੱਕ ਡਿਫਰੈਂਟ ਐਕਟ ਨਹੀਂ ਹੈਗਾ। ਤਾਂ ਮੈਂ ਤੁਹਾਨੂੰ ਜਿਵੇਂ ਤੱਕ ਦੱਸਿਆ ਕਿ ਇੱਕ ਤੁਹਾਡੀ ਇੱਕ ਨੈਸ਼ਨਲ ਪਾਲਿਸੀ ਔਨ ਚਾਈਲਡ ਲੇਬਰ 1987 ਹੈ, ਜਿਹਦੇ ਵਿੱਚ ਕਿ ਇੱਕ ਕਵਰੇਜ ਆਫ ਡਿਵੈਲਪਮੈਂਟ ਪ੍ਰੋਗਰਾਮ ਫਾਰ ਦਾ ਬੈਨੀਫਿਟ ਆਫ ਚਿਲਡਰਨ
at risk of child labor. Projects were launched, places a high connection of the child laborers. ਸੋ ਇਹ ਜਿਹੜੀ ਚੀਜ਼ਾਂ ਉੱਥੇ ਕੀਤੀਆਂ ਗਈਆਂ ਨੇ ਕਿ ਉਹਨਾਂ ਨੂੰ ਫੜਿਆ ਜਾਂਦਾ ਹੈ ਕਿ ਜਿਹੜੀ ਲੇਬਰ ਹੁੰਦੀ ਹੈਗੀ, ਜਿਵੇਂ ਬੌਂਡਡ ਲੇਬਰ ਐਕਟ ਬਣ ਗਿਆ ਹੈਗਾ ਕਿ ਹੁਣ ਇਹ ਸਾਰਾ ਬੌਂਡਡ ਲੇਬਰ ਐਕਟ 'ਚ ਵੀ ਆ ਜਾਂਦਾ ਹੈਗਾ ਕਿ ਆਪਾਂ ਅੱਗੇ ਸਪੀਸ਼ੀਜ਼ ਕੰਮ ਕਰਾਉਂਦੇ ਆ। ਤਾਂ ਹੁਣ ਇਹਦੇ ਵਿੱਚ ਵੀ ਕਿ ਜਿਹੜੀ ਸਜ਼ਾਵਾਂ ਨੇ ਉਹ ਡਿਫਰੈਂਟ ਐਕਟ 'ਚ ਡਿਫਰੈਂਟ ਸਜ਼ਾਵਾਂ ਦਿੱਤੀਆਂ ਹੋਈਆਂ ਨੇ। ਤਾਂ ਉਹ ਮੌਕੇ ਮੁਤਾਬਕ ਦੇਖਿਆ ਜਾਂਦਾ ਹੈ ਕਿ ਕਿਹੜਾ ਅਫੈਂਸ ਕੀਤਾ ਹੈਗਾ, ਕਿਵੇਂ ਸਜ਼ਾ ਦਿੱਤੀ ਗਈ। ਕੁਛ ਨਾਟ ਇਹ ਕੋਈ ਇੱਕ ਯੂਨੀਕ ਨਹੀਂ ਹੈਗਾ ਕਿ ਆਪਾਂ ਨੇ ਕਿ ਇੱਕ 'ਚ ਫੜਿਆ ਹੈਗਾ ਅਕਾਰਡਿੰਗ ਟੂ ਅਫੈਂਸ, ਕਿਉਂਕਿ ਇੱਕ ਹੁਣ ਅਫੈਂਸ ਕਿਹੋ ਜਿਹਾ ਹੈਗਾ ਕਿਹੋ ਜਿਹਾ ਨਹੀਂ ਹੈਗਾ, ਕੀ ਕੀਤਾ ਜਾਂਦਾ ਹੈਗਾ। ਹੁਣ ਦੇਖਿਆ ਜਾਏ ਤਾਂ ਸਾਡੇ ਆਰਟੀਕਲ 21 ਦੇ ਵਿੱਚ ਵੀ ਜਿਹੜਾ ਕਿ ਅਮੈਂਡਮੈਂਟ ਹੋਈ 86 ਅਮੈਂਡਮੈਂਟ ਹੋਈ 83 ਅਮੈਂਡਮੈਂਟ ਹੋਈ, ਉਹਦੇ ਵਿੱਚ ਕਿ ਇਹ ਕਰ ਕਿ ਫੰਡਾਮੈਂਟਲ ਰਾਈਟ ਦੇ ਵਿੱਚ ਕਿ ਸਰਕਾਰ ਦਾ ਇਹ ਫਰਜ਼ ਹੈ ਟੂ ਪ੍ਰੋਵਾਈਡ ਫ੍ਰੀ ਐਜੂਕੇਸ਼ਨ ਟੂ ਐਵਰੀ ਚਿਲਡਰਨ ਬਿਲੋ ਦੀ ਏਜ ਆਫ 14 ਈਅਰਸ ਅਪ ਟੂ 14 ਈਅਰਸ। ਹੁਣ ਨਾਲ ਹੀ ਸਾਡੇ ਇੱਕ ਚੈਪਟਰ ਹੈਗਾ ਕੌਂਸਟੀਟਿਊਸ਼ਨ ਦੇ ਫੰਡਾਮੈਂਟਲ ਡਿਊਟੀਜ਼ ਦਾ, ਆਰਟੀਕਲ 51A, ਜਿਸ 'ਚ ਪਹਿਲਾਂ 10 ਡਿਊਟੀ ਸੀਗੀਆਂ, 11ਵੀਂ ਡਿਊਟੀ ਜਿਹੜੀ ਕਿ 83 ਅਮੈਂਡਮੈਂਟ ਰਾਹੀਂ ਜਿਹੜੀ ਕਿ ਉਹ ਜੋੜੀ ਗਈਆਂ ਨੇ। ਉਹਦੇ 'ਚ ਕੀ ਹੈ ਕਿ ਇਟ ਇਜ਼ ਦ ਡਿਊਟੀ ਆਫ ਦੀ ਪੈਰੈਂਟਸ ਟੂ ਸੈਂਡ ਦੇਅਰ ਵਾਰਡਸ ਟੂ ਸਕੂਲ ਅਪ ਟੂ ਦੇ 14 ਈਅਰ। ਹੁਣ ਜੇ ਪੈਰੈਂਟਸ ਬੱਚੇ ਨੂੰ ਸਕੂਲ ਹੀ ਨਹੀਂ ਭੇਜਣਗੇ ਤਾਂ ਉਹਦੇ ਫੰਡਾਮੈਂਟਲ ਜਿਹੜਾ ਕਿ ਫ੍ਰੀ ਐਜੂਕੇਸ਼ਨ ਦਾ ਪਰਪਸ ਜਿਹੜਾ ਉਹ ਡਿਫੀਟ ਜਾਂਦਾ, ਕਿਉਂਕਿ ਹਰੇਕ ਨੂੰ ਹੁੰਦਾ ਕਿ ਪੈਸਾ ਕਮਾਏਗਾ ਬੱਚਾ, ਸਾਰੇ ਘਰ ਦੀ ਰੋਟੀ ਚਲੇਗੀ। ਤੁਸੀਂ ਦੇਖਿਆ ਕਿ ਮਾਈਗ੍ਰੈਂਟਸ ਲੇਬਰ ਆਉਂਦੇ ਨੇ, ਕੁਛ ਹੋਰ ਹੈਗੇ ਨੇ, ਉਹ ਜਿਹੜਾ ਕਿ ਇਸ ਨੂੰ ਪੈਸੇ ਕਮਾਉਣ ਪਿੱਛੇ ਕੰਮ ਲਾ ਦਿੰਦੇ ਨੇ ਜਾਂ ਭਿੱਖ ਵੀ ਮੰਗਵਾ ਲੈਂਦੇ ਨੇ, ਬੈਗਿੰਗ ਵੀ ਕਰਾਉਂਦੇ ਨੇ। ਬਿਲਕੁਲ ਗੱਲ ਕੀਤੀ ਜਾਵੇ ਸਲੂਜਾ ਸਾਹਿਬ ਨਾਲ ਹੀ ਪੋਕਸੋ ਐਕਟ ਦੀ, ਤਾਂ ਉਹ ਕੀ ਹੈ, ਕਿਸ ਤਰ੍ਹਾਂ ਲਾਗੂ ਹੁੰਦਾ ਹੈ, ਇਹਦੇ ਵਿੱਚ ਦੋਸ਼ੀ ਨੂੰ ਕੀ ਸਜ਼ਾ ਹੋ ਸਕਦੀ ਹੈ, ਕੀ ਕਰਨਾ ਚਾਹੀਦਾ? ਮੈਂ ਦੱਸਦਾ ਜੀ ਕਿ ਜਿਹੜਾ 2012 ਦੇ ਵਿੱਚ ਪੋਸਕੋ ਐਕਟ ਹੋਂਦ 'ਚ ਆਇਆ, ਜਿਹੜਾ ਕਿ ਇਹ ਡੀਲ ਕਰਦਾ ਹੈ ਕਿ ਚਾਈਲਡ ਅਬਿਊਜ਼ ਐਂਡ ਚਾਈਲਡ ਸੈਕਸ਼ੂਅਲ ਅਬਿਊਜ਼ ਕੇਸਿਸ। ਦੀ ਗਵਰਨਮੈਂਟ ਹੈਜ਼ ਬ੍ਰੌਟ a special law, namely under the name and style of POCSO Act 2012, that is Protection of Children from Sexual Offences Act. The act has came into force with effect from 14 November 2012 ਨੂੰ ਆਇਆ, along with rules framed thereunder. The POCSO Act is a comprehensive law to provide for the protection of children from the offences of sexual assault, sexual harassment and pornography, while safeguarding the interest of children at every stage of the judicial process by incorporating child-friendly mechanism for reporting, recording of evidence, investigation and speedy trial of offence through designated special courts. ਇਹਦੇ ਅੰਦਰ ਸਪੈਸ਼ਲ ਕੋਰਟਸ ਬਣਾਈਆਂ ਗਿਆ ਕਿ ਜੇਕਰ ਬੱਚਾ ਕੋਈ ਅਗਰ ਸੈਕਸ਼ੂਅਲ ਅਫੈਂਸ ਜਾਂ ਸੈਕਸ਼ੂਅਲ ਅਬਿਊਜ਼ ਪਾਇਆ ਜਾਂਦਾ ਹੈ ਤਾਂ ਉਹਦੀ ਸਪੀਡੀ ਟ੍ਰਾਇਲ ਕੀਤਾ ਜਾਏ, ਵੱਖਰੀ ਕੋਰਟ ਬਣਾਈ ਜਾਵੇ ਔਰ ਵੱਖਰੀ ਤਰੀਕੇ ਨਾਲ ਟ੍ਰੀਟਮੈਂਟ ਕੀਤਾ ਜਾਏ। ਐਂਡ ਦਿਸ ਪਾਸਕੋ ਐਕਟ ਡਿਫਾਈਨਸ ਅ ਚਾਈਲਡ as person below 18 year of age and defines different form of sexual offence। ਉਹ ਸਾਰਾ ਡਿਫਾਈਨ ਕੀਤਾ ਕਿਹੜੇ ਅਫੈਂਸ ਸੈਕਸ਼ੂਅਲ ਅਫੈਂਸ ਜਿਹੜੇ ਚਾਈਲਡ ਨਾਲ ਰਿਲੇਟਡ ਉਹ ਹੁੰਦੇ ਹੈਗੇ ਨੇ। ਐਂਡ ਪੋਰਨੋਗ੍ਰਾਫੀ ਐਂਡ ਡੀਮਸ ਏ ਸੈਕਸ਼ੂਅਲ penetration, assault and sexual harassment and pornography and sexual assault to be aggravated under certain circumstances, such as when the abused child is mentally ill। ਜਿਹੜਾ ਬੱਚਾ ਅਗਰ ਮੰਨ ਲਓ ਉਹ ਦਿਮਾਗੀ ਤੌਰ 'ਤੇ ਉਹ ਠੀਕ ਨਹੀਂ ਹੈਗਾ, and or when it abuse committed by a person in a position to trust or authority of the child। ਜਿਵੇਂ ਹੁੰਦਾ ਕਿ ਬੱਚਾ ਕੋਲ ਆਪਾਂ ਕਿਸੇ ਨੂੰ ਭੇਜਦੇ ਹਾਂ, ਉਹਨੂੰ ਇੱਕ ਉਹਦੇ ਉੱਪਰ ਟਰਸਟ ਹੁੰਦਾ ਬੱਚੇ ਨੂੰ ਕਿ ਇਹ ਮੇਰਾ ਬੁਰਾ ਨਹੀਂ ਕਰੇਗਾ, ਤਾਂ ਆਪਾਂ ਉਸ ਚੀਜ਼ ਦਾ ਮਿਸਯੂਜ਼ ਕਰ ਲੈਂਦੇ ਹਾਂ, ਲਾਈਕ ਏ ਫੈਮਿਲੀ ਮੈਂਬਰ ਜਾਂ ਪੁਲਿਸ ਆਫਿਸਰ ਜਾਂ ਟੀਚਰ ਜਾਂ ਡਾਕਟਰ ਜਾਂ ਪੀਪਲ ਹੂ ਟ੍ਰੈਫਿਕ ਚਿਲਡਰਨ ਫਰੋਮ ਸੈਕਸ਼ੂਅਲ ਪਰਪਸ ਫਾਰ ਆਲਸੋ ਪਨਿਸ਼ੇਬਲ, ਜਿਹੜੇ ਕਿ ਇਸ ਕੰਮ 'ਚ ਲੱਗੇ ਹੋਏ ਨੇ ਕਿ ਬੱਚਿਆਂ ਨੂੰ ਟ੍ਰੈਫਿਕਿੰਗ ਦਾ ਮਤਲਬ ਹੁੰਦਾ ਹੈ ਕਿ ਬੱਚਿਆਂ ਨੂੰ ਖਰੀਦ ਫਰੋਖਤ ਕਰਨਾ, ਬੱਚਾ ਕਿਡਨੈਪ ਕੀਤਾ, ਵੇਚ ਦਿੱਤਾ, ਕੁਝ ਹੋਰ ਕਰ ਦਿੱਤਾ, ਪੈਸੇ ਕਮਾ ਲਏ ਤਾਂ ਇੱਕ ਸਟੇਟ ਤੋਂ ਦੂਜੀ ਸਟੇਟ ਇਹ ਫੋਰਨ ਵੀ ਸਪਲਾਈ ਹੁੰਦੀ ਬੱਚਿਆਂ ਦੀ ਹੁੰਦੀ ਹੈ। ਐਂਡ ਆਲਸੋ ਪਨਿਸ਼ੇਬਲ ਅੰਡਰ ਦੀ ਪ੍ਰੋਵੀਜ਼ਨ ਰਿਲੇਟਿੰਗ ਟੂ ਅਬੇਟਮੈਂਟ ਆਫ ਦਿਸ ਐਕਟ। ਜਿਹੜਾ ਅਬੇਟ ਵੀ ਕਰ ਰਿਹਾ ਕਿ ਅਬੇਟਮੈਂਟ ਦਾ ਮਤਲਬ ਹੁੰਦਾ ਹੈ ਕਿ ਤੁਸੀਂ ਇਹਨੂੰ ਸਪੋਰਟ ਕਰਨਾ ਕਿ ਇਸ ਕੰਮ ਨੂੰ ਅਫੈਂਸ ਨੂੰ ਕਰੇ। ਐਂਡ ਇਸ ਤੋਂ ਬਾਅਦ ਜਿਹੜਾ ਪਾਸਕੋ ਐਕਟ ਪ੍ਰਸਕ੍ਰਾਈਬਸ ਇੰਸਟੈਂਜੈਂਟ ਪਨਿਸ਼ਮੈਂਟ ਗ੍ਰੇਡਡ ਐਜ਼ ਪਰ ਦ ਗ੍ਰੈਵਿਟੀ ਆਫ ਦੀ ਅਫੈਂਸ। ਜਿਹੋ ਜਿਹਾ ਅਫੈਂਸ ਹੈ ਉਹੋ ਜਿਹੀ ਦੀ ਪਨਿਸ਼ਮੈਂਟ ਹੈਗੀ ਵਿਦ ਏ ਮੈਕਸੀਮਮ ਟਰਮ ਆਫ ਰਿਗੋਰਸ ਇੰਪ੍ਰਿਜ਼ਨਮੈਂਟ ਫਾਰ ਲਾਈਫ। ਇਹਦੇ 'ਚ ਉਮਰ ਕੈਦ ਵੀ ਜਿਹਦੀ ਮੈਕਸੀਮਮ ਦੀ ਉਮਰ ਕੈਦ ਵੀ ਹੋ ਸਕਦੀ ਹੈ, ਰਿਗੋਰਸ ਇੰਪ੍ਰਿਜ਼ਨਮੈਂਟ ਆਫ ਲਾਈਫ ਐਂਡ ਫਾਈਨ ਇਨ ਕੀਪਿੰਗ ਵਿਦ ਦ ਬੈਸਟ ਇੰਟਰਨੈਸ਼ਨਲ child protection standard. This act also provides for mandatory reporting of sexual offences। ਇਹਦੀ ਮੈਂਡੇਟਰੀ ਦੀ ਰਿਪੋਰਟਿੰਗ ਕਰੋ, ਜਿਹੜੀ ਕਰ ਸੈਕਸ਼ੂਅਲ ਅਫੈਂਸ ਹੋ ਰਿਹਾ ਬੱਚਿਆਂ ਦੇ ਬਾਰੇ ਉਹਦੀ ਰਿਪੋਰਟਿੰਗ ਵੀ ਮੈਂਡੇਟਰੀ ਹੈਗੀ ਸੈਕਟ ਦੇ ਵਿੱਚ। ਐਂਡ this casts a legal duty upon a person who has knowledge that a child has been sexually abused to report
ਕਿ ਜਿਸ ਬੰਦੇ ਨੂੰ ਪਤਾ ਲੱਗਿਆ ਕਿ ਇਸ ਬੱਚੇ ਨਾਲ ਕੋਈ ਮਾੜਾ ਕੰਮ ਹੋ ਰਿਹਾ ਹੈ ਤਾਂ ਉਹਦੀ ਡਿਊਟੀ ਵੀ ਹੈਗੀ ਕਿ ਉਸ ਨੂੰ ਰਿਪੋਰਟ ਧਿਆਨ 'ਚ ਲਿਆਵੇ ਲੋਕਾਂ ਦੇ, ਬਈ ਇਹ ਨਹੀਂ ਕਿ ਇਗਨੋਰ ਨਾ ਮਾਰੇ ਉਹ, ਠੀਕ ਹੈ। ਐਂਡ ਬਟ ਅਗਰ ਇਫ ਹੀ ਫੇਲਸ ਟੂ ਡੂ, ਜਿਸ ਬੱਚੇ ਧਿਆਨ ਬੰਦੇ ਦੇ ਧਿਆਨ 'ਚ ਆ ਗਿਆ ਕਿ ਇਸ ਬੱਚੇ ਨਾਲ ਕੋਈ ਮਾੜਾ ਹੋ ਰਿਹਾ ਔਰ ਜਾਣ ਕੇ ਇਗਨੋਰ ਕਰਦਾ ਹੈ ਕਿ ਜਾਂ ਮੈਨੂੰ ਕੀ ਲੈਣਾ ਦੇਣਾ, ਜੋ ਹੁੰਦਾ ਹੋਈ ਜਾਵੇ, ਤਾਂ ਉਸ ਬੰਦੇ ਨੂੰ ਵੀ ਸਜ਼ਾ ਹੈ ਘੱਟੋ ਘੱਟ 6 ਮਹੀਨੇ ਦੀ, ਮੀਨਸ 6 ਮੰਥ ਦੀ ਇੰਪ੍ਰਿਜ਼ਨਮੈਂਟ ਆਰ ਵਿਦ ਫਾਈਨ ਹੈ। ਬਾਕੀ ਜਿਹੜਾ ਮੇਨ ਬੱਚੇ ਨਾਲ ਜਿਹੜਾ ਹੋ ਰਿਹਾ ਜੋ ਕਰ ਰਿਹਾ ਉਹ ਸਜ਼ਾ ਗ੍ਰੈਵਿਟੀ ਆਫ ਅਫੈਂਸ ਹੈਗਾ। ਜੇ ਉਹ ਮੰਨ ਲਓ ਉਹਨੂੰ ਟ੍ਰੈਫਿਕਿੰਗ ਕੀਤੀ ਗਈ, ਚਾਈਲਡ ਲੇਬਰ ਕੀਤਾ ਗਿਆ ਜਾਂ ਕਿਸੇ ਹੋਰ ਪਾਸੇ ਨਾਲ ਚੱਲ ਵੀ ਲੈਂਦਾ ਗਿਆ, ਰੇਪ 'ਚ ਵਾੜਿਆ ਗਿਆ, ਕਿਸੇ ਹੋਰ ਪਾਸੇ ਦਿੱਤਾ ਗਿਆ, ਕਿਉਂਕਿ ਮੈਂ ਤੁਹਾਨੂੰ ਦੱਸਣਾ ਕਿ ਜਿਹੜੇ ਚਾਈਲਡ ਜਿਹੜੀਆਂ ਅਫੈਂਸਿਸ ਨੇ ਉਹ ਤੁਹਾਨੂੰ ਮੈਂ ਦੱਸਦਾ ਉਹਦੀ ਲਿਸਟ ਆਫ ਕਿਹੜੀ ਹੁੰਦੀ, ਕਿਵੇਂ ਚਾਈਲਡ ਅਫੈਂਸਿਸ ਜਿਹੜੇ ਕਿਹੜੇ ਕਵਰ ਹੁੰਦੇ ਹੈਗੇ ਨੇ ਚਾਹੇ ਨਾ, ਜਿਵੇਂ ਚਾਈਲਡ ਲੇਬਰ ਵੀ ਹੈਗਾ, ਚਾਈਲਡ ਟ੍ਰੈਫਿਕਿੰਗ ਵੀ ਹੈਗਾ, ਚਾਈਲਡ ਮੈਰਿਜ ਵੀ ਹੈਗੀ, ਚਾਹੇ ਪੋਰਨੋਗ੍ਰਾਫੀ ਵੀ ਹੈਗਾ। ਬਿਲਕੁਲ, ਮੈਂ ਇਹੀ ਸਲੂਜਾ ਸਾਹਿਬ ਪੁੱਛਣਾ ਚਾਹੁੰਦਾ ਸੀ ਤੁਹਾਡੇ ਤੋਂ ਕਿ ਜਿਸ ਤਰ੍ਹਾਂ ਜਿਹੜਾ ਇੱਕ ਚੌਂਕਾਂ ਦੇ ਵਿੱਚ ਛੋਟੇ ਬੱਚੇ ਭੀਖ ਮੰਗਦੇ ਹੋਏ ਦਿਖਾਈ ਦਿੰਦੇ ਨੇ, ਉਹਦੇ ਪਿੱਛੇ ਕੀ ਕਾਰਨ ਨੇ ਤੇ ਉਹਦੇ ਵਾਸਤੇ ਵੀ ਕੋਈ ਐਕਟ ਹੈ ਕਿ ਇਹਨਾਂ ਨੂੰ ਸੁਧਾਰਿਆ ਜਾ ਸਕਦਾ ਹੈ, ਜਾਂ ਜਿਹੜੇ ਲੋਕ ਇਹਨਾਂ ਤੋਂ ਇਹ ਕੰਮ ਕਰਵਾਉਂਦੇ ਨੇ ਉਹਨਾਂ ਦੇ ਉੱਤੇ ਕੋਈ ਕਾਰਵਾਈ ਕੀਤੀ ਜਾ ਸਕਦੀ ਹੈ? ਮੈਂ ਤੁਹਾਨੂੰ ਕਹਿ ਸਕਦਾ ਕਿ ਜਿਹੜੇ ਮੈਂ ਪਹਿਲੇ ਦੱਸ ਸਕੇ ਪੋਸਟਕਾਰਡ ਲਾਇਆ ਕਿ ਜਿਹੜੇ ਬੱਚਿਆਂ ਨੂੰ ਨੌਲੇਜ ਅਗਰ ਆ ਗਈ, ਉਹਨੂੰ ਪਤਾ ਹੈਗਾ ਕਿ ਇਸ ਬੱਚੇ ਨਾਲ ਕੋਈ ਮਾੜਾ ਹੋ ਰਿਹਾ, ਬੈਗਿੰਗ ਕਰਾ ਰਹੇ, ਕੁਝ ਵੀ ਕਰਾ ਰਹੇ, ਕਿਸ ਤਰ੍ਹਾਂ ਦਾ ਅਫੈਂਸ ਹੋ ਰਿਹਾ, ਉਹ ਉਹਦੀ ਡਿਊਟੀ ਬਣਦੀ ਹੈ ਕਿ ਪੁਲਿਸ ਇਨਫੋਰਮ ਕਰ ਰਿਪੋਰਟਿੰਗ ਕਰੇ। ਜੋ ਨਹੀਂ ਲਿਆ ਕੇ ਸਮਾਜ 'ਚ ਨੌਲੇਜ ਲਿਆਂਦਾ ਤਾਂ ਅਗਰ ਬਾਅਦ ਪਤਾ ਲੱਗਾ ਇਸ ਬੰਦੇ ਨੂੰ ਪਤਾ ਸੀਗਾ ਔਰ ਇਸਨੇ ਜਾਣ ਕੇ ਇਗਨੋਰ ਕਰਤਾ ਤਾਂ ਉਸ ਨੂੰ 6 ਮਹੀਨੇ ਦੀ ਸਜ਼ਾ ਹੈਗੀ। ਹੁਣ ਰਹੀ ਗੱਲ ਜਿੱਥੇ ਤੱਕ ਸਵਾਲ ਬੱਚੇ ਸੜਕਾਂ 'ਤੇ ਭਿੱਖ ਮੰਗਦੇ ਨੇ, ਬੈਗਿੰਗ ਐਕਟ ਹੈਗਾ, ਬੈਗਿੰਗ ਪ੍ਰੋਵੀਜ਼ਨ ਐਕਟ ਹੈਗਾ ਕਿ ਪਬਲਿਕ ਪਲੇਸ ਤੋਂ ਬੈਗਿੰਗ ਨਹੀਂ ਕਰ ਸਕਦੇ, ਬਟ ਸਵਾਲ ਹੈ ਕਿ ਇਨਫੋਰਸਮੈਂਟ ਆਫ ਲਾਅ ਦੀ ਹੈਗੀ। ਉੱਥੇ ਜੋ ਵੀ ਜਿਹੜੇ ਬੰਦੇ ਇੱਕ ਨੈਟਵਰਕ ਹੈ, ਜਿਹੜੇ ਬੰਦੇ ਪਿੱਛੇ ਲੱਗੇ ਹੋਏ ਨੇ ਸਾਰੇ ਆਲ ਜਿਹੜਾ ਕਿ ਇਸ ਨੂੰ ਕੋਈ ਅਬੈਟਮੈਂਟ ਕਰਦਾ ਉਹਨੂੰ ਵੀ ਪਨਿਸ਼ਮੈਂਟ ਹੈ। ਬੱਚੇ ਨੂੰ ਜਿਹੜਾ ਬੰਦਾ ਕੰਮ ਕਰਵਾ ਰਿਹਾ ਆਪ ਅਬੈਟਮੈਂਟ ਕਰ ਰਿਹਾ, ਮਤਲਬ ਜਿਹੜਾ ਬੰਦਾ ਡਾਇਰੈਕਟਲੀ ਇਨਵੋਲਵ ਹੈ ਉਹਦੀ ਅਲੱਗ। ਮੈਂ ਇਸੇ ਪਾਸਕੋ ਐਕਟ 'ਚ ਕੀ ਹੈ ਗ੍ਰੈਵਿਟੀ ਆਫ ਅਫੈਂਸ ਦੀ ਮੈਂ ਗੱਲ ਕੀਤੀ ਪਹਿਲਾਂ ਕਿ ਜਿਹੋ ਜਿਹਾ ਅਫੈਂਸ ਹੈ ਉਹ ਜਿਹਦੇ 'ਚ ਸਜ਼ਾ ਹੁੰਦੀ, ਮੈਕਸੀਮਮ ਦੀ ਸਜ਼ਾ ਕੀਤੀ ਹੈ ਉਹ ਲਾਈਫ ਇੰਪ੍ਰਿਜ਼ਨਮੈਂਟ ਜਿਹੜੀ ਹੈ ਕਿ ਮੈਕਸੀਮਮ ਟੂ ਮੈਕਸੀਮਮ ਦੀ ਹੈਗੀ, ਤਾਂ ਆਪਾਂ ਦੇ ਸਕਦੇ ਹਾਂ ਸਜ਼ਾ ਉਹਨੂੰ। ਬਿਲਕੁਲ, ਜਾਂਦੇ ਤੁਸੀਂ ਕੋਈ ਅਜਿਹਾ ਸੰਦੇਸ਼ ਜੋ ਦੇਣਾ ਚਾਹੁੰਦੇ ਹੋ ਪੇਰੈਂਟਸ ਨੂੰ, ਉਹਨਾਂ ਬੱਚਿਆਂ ਨੂੰ ਜਿਹੜੇ ਇਸ ਚਾਈਲਡ ਅਬਿਊਜ਼ ਦੇ ਵਿੱਚ ਹੁੰਦੇ ਨੇ ਤੇ ਜਿਹੜਾ ਨੁਕਸਾਨ ਕਰਾ ਬੈਠਦੇ ਨੇ ਆਪਣੇ? ਤਾਂ ਮੈਂ ਸਾਰੇ ਪੇਰੈਂਟਸ ਨੂੰ ਇਹ ਕਹਿਣਾ ਕਿ ਬੱਚਿਆਂ ਨੂੰ ਇਗਨੋਰ ਨਾ ਕਰੋ, ਨੈਗਲੈਕਟ ਨਾ ਕਰੋ। ਬੱਚਿਆਂ ਨੂੰ ਫੈਸਿਲਿਟੀ ਦੀ ਲੋੜ ਹੈ, ਮੈਂ ਨਹੀਂ ਕਹਿੰਦਾ ਫੈਸਿਲਿਟੀ ਨਾ ਦਿਓ, ਲੇਕਿਨ ਉਹਨਾਂ ਧਿਆਨ ਰੱਖੋ ਕਿ ਫੈਸਿਲਿਟੀ ਉਹਨਾਂ ਦੀ ਰਿਕੁਆਇਰਡ ਹੈ ਜਾਂ ਨਹੀਂ। ਯਾਨੀ ਕਿ ਬੱਚੇ ਨੇ ਜੋ ਕਹਿ ਦਿੱਤਾ ਆਪਾਂ ਨੂੰ ਮੰਨ ਲਿਆ, ਇਸ ਤਰ੍ਹਾਂ ਨਹੀਂ ਕਿ ਜਦ ਬੱਚਾ ਕਦੇ ਨੂੰ ਸੈਂਟੀਮੈਂਟਲੀ ਬਲੈਕਮੇਲ ਵੀ ਕਰ ਸਕਦਾ ਹੈ, ਬੱਚਾ ਰੋਂਦਾ ਵੀ ਹੈ ਤਾਂ ਠੀਕ ਹੈ। ਅੱਜ ਕੱਲ੍ਹ ਬੱਚਿਆਂ ਲੋਕਾਂ ਦੇ ਫੈਮਿਲੀ 'ਚ ਬੱਚੇ ਘੱਟ ਹੁੰਦੇ ਨੇ, ਸਭ ਕੁਝ ਹੁੰਦਾ ਹੈਗਾ, ਲੇਕਿਨ ਇਸ ਦਾ ਮਤਲਬ ਇਹ ਨਹੀਂ ਹੈ ਕਿ ਅਸੀਂ ਜੋ ਬੱਚਿਆਂ ਦੀ ਹਰ ਨੂੰ ਜਾਇਜ਼ ਔਰ ਨਾਜਾਇਜ਼ ਗੱਲ ਨੂੰ ਅਸੀਂ ਉਸ ਨੂੰ ਮੰਨੀਏ, ਅਸੀਂ ਉਹਦੇ ਉੱਪਰ ਪੈਸਾ ਲੁਟਾਈਏ ਫਾਲਤੂ, ਕਿਉਂਕਿ ਅੱਜ ਤੁਹਾਡਾ ਬੱਚਾ ਇੱਕ ਵਾਰੀ ਵਿਗੜ ਗਿਆ ਤੁਹਾਡਾ ਪੈਸਾ ਵੀ ਕੱਲ੍ਹ ਨੂੰ ਉਹ ਬੇਕਾਰ ਹੋ ਜਾਏਗਾ। ਤਾਂ ਇਸ ਕਰਕੇ ਬੱਚੇ ਅੱਜ ਦਾ ਤੁਹਾਡਾ ਘਰੋਂ ਸ਼ੁਰੂਆਤ ਹੁੰਦੀ ਹੈ ਤਾਂ ਹਰ ਪੈਰੈਂਟਸ ਦੀ ਇਹ ਡਿਊਟੀ ਬਣਦੀ ਹੈ, ਪਹਿਲਾਂ ਘਰੋਂ, ਫਿਰ ਸਕੂਲ ਤੋਂ, ਫਿਰ ਸਮਾਜ ਤੋਂ ਦੇ ਹੋਰ ਬੰਦੇ ਜਾਲ ਜੁੜਦੇ ਹੈਗੇ ਨੇ। ਤਾਂ ਇਸ ਸ਼ੁਰੂਆਤ ਜਿਹੜੀ ਜੜ ਹੀ ਜਿਹੜੀ ਕਮਜ਼ੋਰ ਹੋਏਗੀ ਤਾਂ ਅੱਗੇ ਕੀ ਕਰਾਂਗੇ ਕਿ ਜਦੋਂ ਹੁੰਦਾ ਕਿ ਬੱਚਾ ਕਦੋਂ ਤੁਹਾਡੇ ਸ਼ਾਮ ਨੂੰ ਘਰ ਵੜਿਆ, ਬੱਚਾ ਆਪਣੇ ਰੂਮ 'ਚ ਬੈਠ ਕੇ ਕੀ ਪੜ੍ਹਦਾ ਹੈ ਕੀ ਨਹੀਂ ਪੜ੍ਹਦਾ, ਉਹਦੀ ਬੁੱਕ ਚੈੱਕ ਕਰੋ, ਉਹਦਾ ਮੋਬਾਈਲ ਚੈੱਕ ਕਰੋ, ਤਾਂ ਕਿ ਬੱਚਾ ਗਲਤ ਰਸਤੇ 'ਤੇ ਨਹੀਂ ਜਾ ਰਿਹਾ ਕਿਧਰੇ, ਕਿ ਉਹਦੇ ਫਰੈਂਡ ਸਰਕਲ ਕਿਹੜੇ ਹੈਗੇ ਨੇ, ਕਿਉਂਕਿ ਉਹਦਾ ਫਰੈਂਡ ਸਰਕਲ ਵੀ ਚੈੱਕ ਕਰੋ। ਕਈ ਵਾਰੀ ਹੁੰਦਾ ਕਿ ਤੁਹਾਡਾ ਫਰੈਂਡ ਸਰਕਲ ਹੀ ਬੱਚੇ ਨੂੰ ਵਿਗਾੜ ਦਿੰਦਾ ਹੈਗਾ। ਹੁਣ ਦੇਖਿਆ ਜਾ ਤਾਂ ਕਿ ਹਰ ਬੱਚੇ ਦੇ ਬੈਗ ਦੇ ਵਿੱਚ ਵੱਡੇ ਤੋਂ ਵੱਡਾ ਮੋਬਾਈਲ ਹੈਗਾ, ਜਿਸ ਦੀ ਕਿ ਮੈਂ ਸਮਝਦਾ ਅਕੋਰਡਿੰਗ ਟੂ ਮੀ ਕਿ ਉਹਦੀ ਲੋੜ ਨਹੀਂ ਹੈਗੀ, ਲੇਕਿਨ ਬੈਲੈਂਸ ਲਾ ਕੇ ਦੇ ਰਹੇ ਨੇ। ਉਹਦੀ ਲੋੜ ਕੀ ਹੈਗੀ? ਤਾਂ ਬੱਚੇ ਨੂੰ ਪਿਆਰ ਦਿਓ, ਬੱਚੇ ਜ਼ਰੂਰਤਾਂ ਪੂਰੀਆਂ ਕਰੋ, ਬੱਚੇ ਦੀ ਫੈਸਿਲਿਟੀਜ਼ ਧਿਆਨ ਰੱਖੋ, ਲੇਕਿਨ ਲਗਜ਼ਰੀਅਸ ਅਨਵਾਂਟਡ ਜਿਹੜੀ ਉਹਦੀ ਜ਼ਰੂਰਤ ਨੂੰ ਕਦੇ ਵੀ ਪੂਰਾ ਨਾ ਕਰੋ, ਕਿਉਂਕਿ ਬੱਚਾ ਤੁਹਾਨੂੰ ਸੈਂਟੀਮੈਂਟਲੀ ਬਲੈਕ ਮਿਲੇਗਾ। ਕਦੇ ਬਲੈਕਮੇਲ ਨਾ ਹੋਵੋ। ਇੱਕ ਵਾਰ ਤੁਸੀਂ ਬਲੈਕਮੇਲ ਹੋ ਗਏ ਫॉर ਲਾਈਫ ਤੁਸੀਂ ਪਛਤਾਓਗੇ, ਔਰ ਬੱਚਾ ਤੁਹਾਡੇ ਹੱਥੋਂ ਨਿਕਲ ਗਿਆ ਮੁੜ ਕੇ ਨਹੀਂ ਆਉਂਦਾ। ਬਿਲਕੁਲ ਸਲੂਜਾ ਸਾਹਿਬ, ਤੁਸੀਂ ਸਾਨੂੰ ਦੱਸਿਆ ਕਿ ਚਾਈਲਡ ਅਬਿਊਜ਼ ਯਾਨੀ ਬਾਲ ਸ਼ੋਸ਼ਣ ਦੇ ਮਾਮਲੇ ਦੇ ਵਿੱਚ ਕਿਹੜੇ ਐਕਟ ਲੱਗਦੇ ਨੇ, ਅਸਲ ਦੇ ਵਿੱਚ ਇਹ ਮਾਮਲਾ ਕੀ ਹੈ, ਕਿਸ ਤਰ੍ਹਾਂ ਇਸ ਦੇ ਉੱਤੇ ਕਾਰਵਾਈ ਹੁੰਦੀ ਹੈ ਤੇ ਕਿਸ ਤਰ੍ਹਾਂ ਇਸ ਤੋਂ ਬਚਿਆ ਜਾ ਸਕਦਾ, ਆਪਣੇ ਬੱਚਿਆਂ ਨੂੰ ਬਚਾਇਆ ਜਾ ਸਕਦਾ ਹੈ। ਤੁਹਾਡਾ ਬਹੁਤ ਬਹੁਤ ਧੰਨਵਾਦ। ਥੈਂਕ ਯੂ। ਸਤਿ ਸ਼੍ਰੀ ਅਕਾਲ। ਸੋ ਦਰਸ਼ਕੋ, ਅਜਿਹੇ ਹੀ ਕਾਨੂੰਨੀ ਮਾਹਰ ਦੇ ਨਾਲ ਤੁਹਾਡੀ ਫਿਰ ਮੁਲਾਕਾਤ ਕਰਵਾਵਾਂਗੇ। ਫਿਲਹਾਲ ਇਜਾਜ਼ਤ ਦਿਓ। ਧੰਨਵਾਦ। E5 ਚੈਨਲ ਪੰਜਾਬੀ ਹੁਣੇ ਸਬਸਕ੍ਰਾਈਬ ਕਰੋ, ਬੈਲ ਆਈਕਨ ਤੇ ਕਲਿੱਕ ਕਰੋ।